ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਇਹ ਹੈ ਕਿ ਜੀ ਸਾਫੀਆਂ ਨੂੰ ਲੈ ਕੇ ਡੰਟੋਨਕ ਸਾਹਿਬ ਜਿਹੜੇ ਨੇ ਉਹ ਟੋਟਲ ਬਾਰਡਰ ਤੇ ਲੈ ਗਏ, ਬਿਲਕੁਲ ਅੱਗੇ ਅਗਲੇ ਮੋਰਚਿਆਂ ਤੇ। ਉਹਨਾਂ ਆਖਿਆ ਜੀ ਇੱਥੇ ਇੰਡੀਆ ਵਾਲੇ ਕਹਿੰਦੇ ਨੇ ਵੀ ਦਹਿਸ਼ਤਗਰਦ ਰਹਿੰਦੇ ਨੇ, ਆਓ ਤੁਹਾਨੂੰ ਵਿਖਾਈਏ ਵੀ ਇੱਥੇ ਦਹਿਸ਼ਤਗਰਦ ਹੈ ਨੇ ਕਿ ਨਹੀਂ। ਅੱਛਾ, ਕੰਮ ਇਹ ਚੰਗਾ ਕੀਤਾ। ਹਰ ਕੰਮ ਦੇ ਉੱਤੇ ਤਨਕੀਦ ਚੰਗੀ ਨਹੀਂ ਹੁੰਦੀ, ਇਹ ਕੰਮ ਅਸੀਂ ਵੀ ਕਰਦੇ ਰਹੇ ਹਾਂ, ਸਾਡੀ ਹਕੂਮਤ ਦੇ ਦੌਰਾਨ ਵੀ ਇਹ ਕੰਮ ਹੁੰਦੇ ਰਹੇ ਨੇ। ਉਸ ਵੇਲੇ ਕੌਮ ਦਾ ਫਖਰ, ਸਹਾਫਤ ਦਾ ਫਖਰ ਅਰਸ਼ ਸ਼ਰੀਫ ਫਰੰਟ ਮੋਰਚਿਆਂ 'ਤੇ ਜਾ ਕੇ ਤੇ ਉੱਥੋਂ ਸਹਾਫਤ ਵੀ ਕਰਦਾ ਸੀ ਤੇ ਤਗੜੇ ਤਰੀਕੇ ਨਾਲ ਕਰਦਾ ਸੀ। ਅਰਸ਼ ਸ਼ਰੀਫ ਤਾਂ ਖੈਰ ਬੜਾ ਹੀ ਨਿਡਰ ਸੀ, ਉਹ ਤਾਂ ਜਿੱਥੇ ਦਹਿਸ਼ਤਗਰਦੀ ਦੇ ਖਿਲਾਫ ਅਸਲ ਆਪਰੇਸ਼ਨ ਹੋ ਰਹੇ ਹੁੰਦੇ ਸਨ। ਇੱਥੇ ਤਾਂ ਜ਼ਾਹਿਰ ਹੈ ਕੁਝ ਨਹੀਂ ਹੋ ਰਿਹਾ। ਜਿਸ ਵੇਲੇ ਲੈ ਕੇ ਗਏ ਨੇ ਉਹਦੇ ਵਿੱਚ ਇੰਟਰਨੈਸ਼ਨਲ ਸਹਾਫੀ ਵੀ ਨੇ, ਅਮਰੀਕੀ ਵੀ ਨੇ, ਬਰਤਾਨੀਆ ਦੇ ਵੀ ਨੇ। ਇਹਨਾਂ ਨੇ ਬਾਕਾਇਦਾ ਸਾਡੀ ਜਿਹੜੀ ਮਿਲਟਰੀ ਹੈ, ਇਹਨਾਂ ਨੇ ਉਸ ਪਾਸੇ ਮਿਲਟਰੀ ਨੂੰ ਦੱਸਿਆ ਹੋਣਾ ਹੈ ਕਿ ਫੋਰਨਰਸ ਜਿਹੜਾ ਜਰਨਲਿਸਟ ਨੇ, ਮੀਡੀਆ ਹੈ, ਉਹ ਇੱਥੇ ਵਿਜ਼ਿਟ ਕਰਨ ਆ ਰਿਹਾ ਤੇ ਦੋਨਾਂ ਫੌਜਾਂ ਨੂੰ ਪਤਾ ਹੁੰਦਾ ਤੇ ਇਹੋ ਜਿਹੇ ਮਾਮਲੇ ਦੇ ਉੱਤੇ ਕੋਈ ਗੋਲੀ ਸ਼ੋਲੀ ਨਹੀਂ ਚੱਲਦੀ, ਇਹ ਬਿਲਕੁਲ ਸੇਫ ਹੁੰਦਾ। ਇਹ ਕੋਈ ਉਸ ਤਰ੍ਹਾਂ ਦੇ ਜੰਗੀ ਹਾਲਾਤ ਦੇ ਵਿੱਚ ਰਿਪੋਰਟਿੰਗ ਨਹੀਂ ਹੈ, ਇਹ ਜ਼ਮਾਨਾ ਅਮਨ ਦੀ ਰਿਪੋਰਟਿੰਗ ਇਹਨੂੰ ਸਮਝਿਆ ਜਾਂਦਾ। ਹੈਲੀਕਾਪਟਰ 'ਤੇ ਬਹਾ ਕੇ ਇਸਲਾਮਾਬਾਦ ਤੋਂ ਲੈ ਕੇ ਜਾਇਆ ਜਾਂਦਾ, ਉੱਥੇ ਬਾਰਡਰ ਦੇ ਲਾਗੇ ਜਾ ਕੇ ਫੌਜ ਹੀ ਇਹਦਾ ਸਾਰਾ ਅਰੇਂਜਮੈਂਟ ਕਰਦੀ। ਅੱਗੇ ਡੰਟੋਨਕ ਤੇ ਵਿਚਾਰਾ ਅੱਗੇ ਐਵੇਂ ਹੀ ਹੁੰਦਾ, ਪਿੱਛੇ ਸਾਰਾ ਇਹਦਾ ਫੌਜੀ ਭਾਈ ਇਹਦਾ ਪੂਰਾ ਅਰੇਂਜਮੈਂਟ ਕਰਦੇ ਨੇ। ISPR ਸਾਹਿਬ ਦਾ ਮਹਿਕਮਾ ਜਿਹੜਾ ਉਹ DGMO ਵਗੈਰਾ ਤੇ ਦੂਜੇ ਆਪਰੇਸ਼ਨਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨਾਲ ਰਲ ਕੇ ਇਹਦਾ ਪੂਰਾ ਬੰਦੋਬਸਤ ਕਰਦੇ ਨੇ। ਬਹਰਹਾਲ ਇਹ ਹੈਲੀਕਾਪਟਰਾਂ 'ਤੇ ਉੱਥੇ ਸਰਹੱਦ ਤੋਂ ਥੋੜ੍ਹਾ ਦੂਰ ਇਹਨਾਂ ਨੂੰ ਲਾਉਂਦੇ ਨੇ, ਉੱਥੇ ਗੱਡੀਆਂ 'ਚ ਪਾ ਕੇ ਤੇ ਬਾਰਡਰ 'ਤੇ ਲੈ ਜਾਂਦੇ ਨੇ, ਉੱਥੇ ਵਿਖਾਉਂਦੇ ਨੇ ਜਿਹੜੀ ਸ਼ੈ ਵੀ ਵਿਖਾਉਣੀ ਹੈ। ਲੇਕਿਨ ਚਲੋ ਇਹ ਤਾਂ ਮੈਂ ਦੱਸਿਆ ਵੀ ਪਹਿਲਾਂ ਵੀ ਹੁੰਦਾ, ਹਮੇਸ਼ਾ ਹੁੰਦਾ ਔਰ ਇਹ ਕਰਨਾ ਵੀ ਚਾਹੀਦਾ, ਇਹਦੀ ਤਾਂ ਕੋਈ ਮਾੜੀ ਗੱਲ ਨਹੀਂ। ਲੇਕਿਨ ਸਵਾਲ ਇੱਕ ਹੈ ਕਿ ਇੱਥੇ ਜਿਹੜਾ ਬਾਰਡਰ 'ਤੇ ਇਹਨਾਂ ਨੂੰ ਅੰਬ ਚੂਪਣ ਲਈ ਲੈ ਕੇ ਗਏ ਉਹਦੇ ਨਾਲੋਂ ਚੰਗਾ ਨਹੀਂ ਸੀ ਜਿਸ ਵੇਲੇ ਟ੍ਰੇਨ ਉੱਥੇ ਯਰਗਮਾਲ ਹੋਈ ਸੀ ਅਤੇ ਉਸ ਟ੍ਰੇਨ ਦੇ ਵਿੱਚ ਜਿਹੜੇ ਮਾਸੂਮ ਪਾਕਿਸਤਾਨੀ ਸ਼ਹੀਦ ਕੀਤੇ ਗਏ ਸਨ ਅਤੇ ਜਿਨ੍ਹਾਂ ਨੇ ਕੀਤੇ ਸਨ ਉਹਨਾਂ ਦੀਆਂ ਵੀ ਤੁਸੀਂ ਆਂਦੇ ਸੋ ਪਿਛਲੀ ਲਾਸ਼ਾਂ ਸੁੱਟੀਆਂ ਨੇ, ਉਦੋਂ ਕਿਉਂ ਨਹੀਂ ਮੀਡੀਆ ਨੂੰ ਲੈ ਕੇ ਗਏ? ਉੱਥੇ ਜਿਸ ਵੇਲੇ ਉਹ ਸਟੈਂਡ ਆਫ ਹੋਇਆ ਸੀ, ਉੱਥੇ ਜਿਸ ਵੇਲੇ ਟ੍ਰੇਨ ਯਰਗਮਾਲ ਹੋਈ ਸੀ, ਉਦੋਂ ਇੰਟਰਨੈਸ਼ਨਲ ਮੀਡੀਆ ਨੂੰ ਕਿਉਂ ਨਹੀਂ ਲੈ ਕੇ ਗਏ? ਉਸ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਨੂੰ ਕਿਉਂ ਨਹੀਂ ਲੈ ਕੇ ਗਏ? ਉੱਥੇ ਗਰਾਊਂਡ 'ਤੇ ਖੜ੍ਹੇ ਕਰਕੇ ਉੱਥੇ ਬਰੀਫਿੰਗ ਕਿਉਂ ਨਹੀਂ ਦਿੱਤੀ? ਉਸ ਵੇਲੇ ਉੱਥੇ ਕਿਉਂ ਨਹੀਂ ਦੱਸਿਆ ਵੀ ਇਹ ਸਬੂਤ ਨੇ, ਇਹ ਇੰਡੀਆ ਕਰਵਾ ਰਿਹਾ, ਇਸ ਤਰੀਕੇ ਨਾਲ ਕਰਵਾ ਰਿਹਾ, ਅਫਗਾਨਿਸਤਾਨ ਦੇ ਵਿੱਚੋਂ ਇਹ ਆਇਆ, ਉਹਨੇ ਇਹ ਕੰਮ ਕੀਤਾ। ਉੱਥੇ ਹੀ ਨਹੀਂ, 20 ਬੰਦੇ ਹਿੰਦੁਸਤਾਨ ਨੇ ਪਾਕਿਸਤਾਨ ਦੇ ਵਿੱਚ ਵੜ ਕੇ, ਜਿਹਨੂੰ ਉਹ ਆਂਦੇ ਨੇ ਅਸੀਂ ਘੁਸ ਕੇ ਮਾਰੇ ਨੇ। ਇਹ ਪਿਛਲੇ ਦਿਨੋਂ ਲੌਂਡਾ ਲਪਾੜਾ ਜੀ ਦੂਜੇ ਸਾਰੇ ਕਹਿ ਰਹੇ ਸਨ ਕਿ ਘੁਸ ਕੇ ਮਾਰਨਾ ਜਿਹੜਾ ਹੈ ਜੀ ਉਹ ਐਡ ਦੇ ਦਿੱਤੇ ਨੇ, ਕੋਈ ਉਹਦੇ ਉੱਤੇ ਆਪਣਾ ਉੱਥੇ ਜਿਹੜੇ ਇੰਡੀਅਨ ਚੈਨਲ ਨੇ ਉਹਨਾਂ ਦੇ ਉੱਤੇ ਅਸੀਂ ਐਡ ਦੇ ਦਿੱਤੇ, ਤੁਸੀਂ ਘੁਸ ਕੇ ਮਾਰਿਆ। ਨਹੀਂ ਭਾਈ ਜਾਨ, ਇਸ ਤਰ੍ਹਾਂ ਨਾ ਕਰੋ, ਡਾਊਨਗ੍ਰੇਡ ਨਾ ਕਰੋ ਘੁਸ ਕੇ ਮਾਰਨੇ ਨੂੰ। ਘੁਸ ਕੇ ਮਾਰਨਾ ਉਦੋਂ ਹੁੰਦਾ ਜਦੋਂ ਤੁਸੀਂ ਕਿਸੇ ਦੇ ਬੰਦੇ ਮਾਰਦੇ ਹੋ, ਲੇਕਿਨ ਇਹ ਮਾਰਨੇ ਨਹੀਂ ਚਾਹੀਦੇ ਕਿਸੇ ਨੂੰ ਵੀ, ਕਿਸੇ ਦੇ ਬੰਦੇ। ਮੈਂ ਇਹਦੇ ਹੱਕ 'ਚ ਬਿਲਕੁਲ ਨਹੀਂ ਹੈਗਾ, ਨਾ ਪਾਕਿਸਤਾਨ ਨੂੰ ਨਾ ਉਹਨਾਂ ਨੂੰ। ਲੇਕਿਨ ਜਿਹੜਾ ਉਹਨਾਂ ਕਲੇਮ ਕੀਤਾ, ਉਹਨਾਂ ਨੇ ਸਾਡੇ 20 ਬੰਦੇ ਕਤਲ ਕੀਤੇ ਇੱਥੇ। ਹੁਣ ਤਾਂ ਖੈਰ ਉਹ 35 ਹੋ ਗਏ ਨੇ ਜਾਂ 30 ਹੋ ਗਏ ਨੇ, ਕਿਉਂਕਿ ਉਸ ਤੋਂ ਬਾਅਦ ਵੀ ਉਹਨਾਂ ਨੇ ਕਾਫੀ ਸਾਰੇ ਬੰਦੇ ਇੱਥੇ ਕਤਲ ਕਰ ਛੱਡੇ ਨੇ। ਔਰ ਉਹਨਾਂ ਕੋਲੋਂ ਜਿਸ ਵੇਲੇ ਪੁੱਛਿਆ, ਉਹਨਾਂ ਕਿਹਾ ਮਾਰਿਆ ਤੇ ਅੱਗੋਂ ਵੀ ਮਾਰਾਂਗੇ। ਉਹਨਾਂ ਕਿਹਾ ਪਹਿਲੇ ਵੀ ਮਾਰੇ ਨੇ ਤੇ ਅੱਗੋਂ ਵੀ ਘੁਸ ਕੇ ਮਾਰਾਂਗੇ। ਇਹ ਉਹਨਾਂ ਦੇ ਵਜ਼ੀਰ ਨੇ, ਮੇਰੇ ਖਿਆਲ ਰਾਜਨਾਥ ਨੇ ਇਹ ਬਿਆਨ ਦਿੱਤਾ ਸੀ। ਔਰ ਗਾਰਡੀਅਨ ਨੇ ਪੂਰੀ ਸਟੋਰੀ ਛਾਪੀ ਸੀ ਔਰ ਇੱਕ ਡਿਟੇਲ ਦਿੱਤੀ ਸੀ ਕਿ ਕਿਵੇਂ ਕਿਵੇਂ ਉਹਨਾਂ ਨੇ ਬੰਦਾ ਮਰਵਾਇਆ। ਸਿਆਲਕੋਟ ਜਿਹੜਾ ਬੰਦਾ ਉਹਨਾਂ ਮਰਵਾਇਆ, ਉਹਨਾਂ ਨੇ ਇੱਕ ਮੁੰਡਾ ਜਿਹੜਾ ਸਿਆਲਕੋਟ ਦਾ ਮਿਹਨਤ ਮਜ਼ਦੂਰੀ ਕਰਨ ਗਿਆ ਹੋਇਆ ਸੀ UAE ਦੇ ਵਿੱਚ, ਦੁਬਈ ਸ਼ਬਈ ਦੇ ਵਿੱਚ, ਉੱਥੇ ਉਹਨੂੰ ਪਹਿਲਾਂ ਆਪਣੇ ਲਾਗੇ ਕੀਤਾ, ਫਿਰ ਉਹਨੂੰ ਕਿਹਾ ਤੈਨੂੰ ਇੰਨਾ ਪੈਸਾ ਦੇਵਾਂਗੇ, ਤੈਨੂੰ ਕਾਰੋਬਾਰ ਕਰਾਵਾਂਗੇ। ਇਹ ਲੈ ਪਹਿਲੀ ਕਿਸ ਪਤਾ ਨਹੀਂ 7 ਲੱਖ ਦਿੱਤੀ ਸੀ ਕਿ ਕਿੰਨੀ ਦਿੱਤੀ ਸੀ। ਇਹ ਪਾਕਿਸਤਾਨ ਜਾ, ਇਹ ਬੰਦਾ ਹੀ, ਇਹ ਦੀ ਡਿਟੇਲ, ਐਸ ਮਸੀਹ 'ਤੇ ਨਮਾਜ਼ ਪੜ੍ਹਦਾ ਰੋਜ਼, ਇਹਨੂੰ ਤੂੰ ਉੱਥੇ ਜਾ ਕੇ ਮਾਰਨਾ ਹੈ ਔਰ ਜਿਸ ਵੇਲੇ ਤੂੰ ਇਹਨੂੰ ਕਤਲ ਕਰਕੇ ਵਾਪਸ ਆ ਜਾਏਗਾ ਤਾਂ ਇੱਥੇ ਤੈਨੂੰ ਕਾਰੋਬਾਰ ਸੈੱਟ ਕਰ ਦਿਆਂਗੇ, ਤੈਨੂੰ ਉੱਥੇ ਅਸਲਾ ਵੀ ਮਿਲੇਗਾ, ਸਭ ਕੁਝ ਮਿਲੇਗਾ। ਉਹ ਮੁੰਡਾ ਉੱਥੋਂ ਪਾਕਿਸਤਾਨ ਆ ਗਿਆ। ਇਹ ਪੂਰਾ ਸਭ ਕੁਝ ਗਾਰਡੀਅਨ ਨੇ ਛਾਪਿਆ ਹੋਇਆ, ਨਾ ਬਾਕਾਇਦਾ ਕੀਮਤ ਕਿੰਨੇ ਦਿੱਤੀ, ਕਿੱਥੋਂ ਲਈ, ਕਿਹੜੀ ਫਲਾਈਟ ਲਈ, ਕਿੱਥੇ ਉਤਰਿਆ ਉਹ ਮੁੰਡਾ ਵਾਪਸ ਆ ਕੇ, ਕਿਵੇਂ ਉਹਨੇ ਉਹ ਕਤਲ ਕੀਤਾ। ਉਸ ਤੋਂ ਬਾਅਦ ਬਾਹਰ ਜਾਣ ਦੀ ਬਜਾਏ ਉਹ ਫੜਿਆ ਗਿਆ। ਜਿਸ ਵੇਲੇ ਉਹ ਫੜਿਆ ਗਿਆ ਤਾਂ ਜ਼ਾਹਿਰ ਹੈ ਫਿਰ ਉਹਨੂੰ ਪਿੱਛੋਂ ਕਿਹੜੇ ਪੈਸੇ ਲੱਭਣੇ ਸਨ ਜਿਹੜੇ ਉਹਨੇ ਉੱਥੇ ਬਿਜ਼ਨਸ ਕਰਨਾ ਸੀ, ਔਰ ਵਾਪਸ ਵੀ ਜਾਂਦਾ ਤਾਂ ਕਿੰਨੇ ਦੇਣੇ ਸੀ ਉਹਨੂੰ ਪੈਸੇ, ਉਹਨਾਂ ਆਪਣਾ ਕੰਮ ਕਰਵਾ ਲਿਆ ਸੀ। ਬਹਰਹਾਲ ਉਹਦੇ ਕੋਲੋਂ ਉਹਨਾਂ ਨੇ ਇਹ ਕਤਲ ਕਰਵਾਏ ਔਰ ਇੱਕ ਨਹੀਂ, ਗਾਰਡੀਅਨ ਨੇ ਇੱਕ ਡਿਟੇਲ ਛਾਪੀ ਸੀ। ਉਦੋਂ ਤੁਸੀਂ ਕਿੱਥੇ ਸੋ? ਉਦੋਂ ਇੰਟਰਨੈਸ਼ਨਲ ਸਾਫੀਆਂ ਨੂੰ ਇਹ ਸਾਰਾ ਕੁਝ ਕਿਉਂ ਨਹੀਂ ਦੱਸਿਆ? ਉਦੋਂ ਤੇ ਸਾਰਿਆਂ ਨੂੰ ਜਿਹੜੀ ਹੈ ਉਹ ਬਿਲਕੁਲ ਜਿਹੜਾ ਉਹ ਚੁੱਪ ਲੱਗ ਗਈ। ਅੱਜ ਤੱਕ ਨਾ DG ISPR ਬੋਲੇ, ਨਾ ਫੋਰਨ ਆਫਿਸ। ਉੱਤੇ ਫੋਰਨ ਆਫਿਸ ਨੇ ਇੱਕ ਸਟੇਟਮੈਂਟ ਦਿੱਤੀ, ਉਹ ਵੀ ਬੜੀ ਜ਼ੁਬਾਨੀ ਜੀ, ਕੋਈ ਉਹਦੇ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ ਕਿ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਇਹ ਕੰਮ ਕਰਵਾਇਆ। ਉਦੋਂ ਦੱਸਣਾ ਸੀ। ਹੁਣ ਜੋ ਮੋਰਚਿਆਂ 'ਤੇ ਲੈ ਕੇ ਜਾਂਦੇ ਹੋ ਅਤੇ ਉੱਥੇ ਜਾਫਰ ਐਕਸਪ੍ਰੈਸ 'ਤੇ ਲੈ ਕੇ ਜਾਣਾ ਸੀ। ਉਦੋਂ ਜਿਸ ਵੇਲੇ ਗਾਰਡੀਅਨ ਨੇ ਸਟੋਰੀ ਛਾਪੀ ਉਸ ਵੇਲੇ ਕਿੱਥੇ ਸੋ? ਅਤੇ ਇਹ ਬਾਰੇ ਖਬਰ ਸੀ, ਅਸੀਂ ਕਿਹਾ ਤੁਹਾਡੇ ਸਾਹਮਣੇ ਇਹਨੂੰ ਜ਼ਰੂਰ ਰੱਖੀਏ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ, 4 ਭਰਾਵਾਂ ਨੂੰ ਲਾਪਤਾ ਕੀਤਾ ਹੋਇਆ ਪਾਕਿਸਤਾਨ 'ਚ। ਉਹਨਾਂ ਦੀ ਮਾਂ ਅਦਾਲਤੇ ਆਈ
ਔਰ ਪੁੱਛਣ ਆਈ ਜੱਜ ਸਾਹਿਬ ਨੂੰ ਕਿ ਮੇਰੇ ਪੁੱਤਰਾਂ ਨੇ ਅਗਰ ਕੋਈ ਜੁਰਮ ਕੀਤਾ ਤਾਂ ਮੁਕੱਦਮਾ ਚਲਾਓ, ਪਰਚਾ ਦਿਓ, ਪਰ ਮੇਰੇ ਪੁੱਤਰ ਗਾਇਬ ਕਿਉਂ ਨੇ? ਤੇ ਜ਼ਾਹਿਰ ਹੈ ਬਾਰ-ਬਾਰ ਅਦਾਲਤਾਂ 'ਚ ਆ ਰਹੇ ਨੇ, ਅਦਾਲਤਾਂ ਵੀ ਸੁਣਵਾਈ ਕੋਈ ਨਹੀਂ ਕਰ ਰਹੀਆਂ, ਕਰ ਹੀ ਨਹੀਂ ਸਕਦੀਆਂ। ਅੱਜ ਕੱਲ੍ਹ ਜਿਹੜੇ ਹਾਲਾਤ ਨੇ ਉਹਨਾਂ ਦੀ ਅਦਾਲਤਾਂ ਦਾ ਵੀ ਦੁਕਾਨ ਬੰਦ ਹੋ ਗਈ ਹੁਣ ਬਿਲਕੁਲ ਹੀ ਵਿਚਾਰਿਆਂ ਦੀ। ਖੈਰ ਉੱਥੇ ਮਾਂ ਜਿਹੜੀ ਸੀ ਉਹ ਲਾਚਾਰ ਮਾਂ ਜਿਹੜੀ ਡਿੱਗ ਪਈ ਔਰ ਮਾਯੂਸ ਹੋ ਕੇ ਡਿੱਗ ਪਈ ਔਰ ਬੇਹੋਸ਼ ਹੋ ਗਈ। ਲੋਕਾਂ ਨੇ ਚੁੱਕਿਆ ਥੱਲਿਆ। ਜੱਜ ਸਾਹਿਬ ਨੂੰ ਖੈਰ ਫਿਰ ਵੀ ਕੋਈ ਖਿਆਲ ਨਾ ਆਇਆ। ਉਹਨਾਂ ਨੇ ਇੱਕ ਅੱਧਾ ਜੁਮਲਾ ਕਿਹਾ ਵੀ ਬੜੇ ਮਜਬੂਰ ਹੈ, ਲੇਕਿਨ ਕੋਈ ਤੱਤਾ ਆਰਡਰ ਜੱਜ ਸਾਹਿਬ ਨੇ ਨਾ ਦਿੱਤਾ, ਨਾ ਉਹਨਾਂ ਨੇ ਦੇਣਾ ਹੀ ਹੈ। ਮੇਰਾ ਖਿਆਲ ਉਹ ਆਪਣੇ ਡਰ 'ਚ ਬੈਠੇ ਨੇ ਵੀ ਅਸੀਂ ਆਰਡਰ ਦਿੱਤਾ ਕਿ ਜਨਾਬ ਸਾਨੂੰ ਨਾ ਕਿਤੇ ਫਿੱਟ ਕਰ ਦੇਣ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਈਰਾਨ ਦੇ ਵਜ਼ੀਰ ਖਾਰਜਾ ਪਾਕਿਸਤਾਨ ਆ ਗਏ ਨੇ ਔਰ ਆਖਿਆ ਜਾ ਰਿਹਾ ਕਿ ਜਿਹੜਾ ਪਹਿਲਗਾਮ ਹਮਲਾ ਹੋਇਆ, ਈਰਾਨ ਆਫਰ ਕਰ ਰਿਹਾ ਵੀ ਤੁਹਾਨੂੰ, ਕਿਉਂਕਿ ਉਹਨਾਂ ਦੇ ਇੰਡੀਆ ਨਾਲ ਵੀ ਅੱਛੇ ਮਰਾਸਮ ਨੇ, ਭਾਰਤ ਨਾਲ ਵੀ, ਔਰ ਉਹਨਾਂ ਦੇ ਪਾਕਿਸਤਾਨ ਨਾਲ ਵੀ ਠੀਕ ਨੇ, ਉਹਨਾਂ ਦੇ ਤਾਂ ਸਾਰਿਆਂ ਨਾਲ ਨੇ, ਸਾਡੇ ਹੀ ਨਹੀਂ ਕਿਸੇ ਨਾਲ ਠੀਕ, ਅਸੀਂ ਕਿਸੇ ਨਾਲ ਠੀਕ ਰੱਖਣਾ ਹੀ ਨਹੀਂ ਚਾਹੁੰਦੇ। ਖੈਰ ਉਹਨਾਂ ਨੇ ਗੱਲਬਾਤ ਕੀਤੀ ਹੈ ਪਾਕਿਸਤਾਨ ਨਾਲ ਵੀ, ਔਰ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲੇ ਉਹ ਇੰਡੀਆ ਨਾਲ ਵੀ ਗੱਲ ਕਰਕੇ ਆਏ ਨੇ ਔਰ ਉਹ ਚਾਹੁੰਦੇ ਨੇ ਕਿ ਕੋਈ ਗੱਲਬਾਤ ਜਿਹੜੀ ਹੈ ਕਿਸੇ ਪਾਸੇ ਲਵਾਈ ਜਾਏ, ਇਹ ਲੜਾਈ ਛੜਾਈ ਜਿਹੜੀ ਨਾ ਹੋਵੇ। ਮੈਨੂੰ ਵੀ ਲੱਗਦਾ ਇਹ ਹੀ ਹੈ ਵੀ ਲੜਾਈ ਹੋਈ ਵੀ ਤਾਂ ਬੜੀ ਮਹਿਦੂਦ ਜੀ ਹੋਣੀ, ਉਹ ਕੋਈ ਵੱਡੀ ਨਹੀਂ ਹੋਣੀ, ਲੰਮੀ ਚੌੜੀ ਨਹੀਂ ਹੋਣੀ, ਲੇਕਿਨ ਇਹ ਹੈ ਕਿ ਵੇਖਦੇ ਆ ਈਰਾਨੀ ਜਿਹੜੇ ਵਜ਼ੀਰ ਖਾਰਜਾ ਆਏ ਨੇ ਉਹ ਅੱਗੋਂ ਕੀ ਕਰਦੇ ਨੇ। ਦੂਜੇ ਪਾਸੇ ਇੰਡੀਆ ਨੇ ਸਾਡਾ ਪਾਣੀ ਬੰਦ ਕਰ ਛੱਡਿਆ, ਹੁਣ ਧਮਕੀ ਨਹੀਂ, ਹੁਣ ਬੰਦ ਕਰ ਛੱਡਿਆ। ਉਹਨਾਂ ਨੇ 2 ਡੈਮਾਂ ਦੇ ਉੱਤੇ, ਚਨਾਬ ਦਰਿਆ ਚਨਾਬ ਦੇ ਉੱਤੇ, ਇਹਨੂੰ ਪੰਜਾਬੀ 'ਚ ਚਨਾਹ ਕਹਿੰਦੇ ਨੇ, ਵੈਸੇ ਇਹਦਾ ਨਾਂ ਚਨਾਬ ਹੈ ਲੇਕਿਨ ਪੰਜਾਬੀ 'ਚ ਇਹਨੂੰ ਚਨਾਹ ਕਹਿੰਦੇ ਨੇ। ਤੇ ਚਨਾਹ ਜਿਹੜਾ ਉਹਨੂੰ ਉਹਨਾਂ ਬੰਦ ਕਰ ਛੱਡਿਆ ਤੇ ਉਹਦੇ ਤੇ 2 ਡੈਮ ਐਸੇ ਨੇ ਬਣਾ ਕੇ ਤੇ ਪਾਣੀ ਮੁਕੰਮਲ ਬੰਦ ਕੀਤਾ। 87,000 ਕਿਊਸਿਕ ਪਾਣੀ ਦੀ ਮਿਕਦਾਰ ਪਾਕਿਸਤਾਨ ਦੇ ਵਿੱਚ ਆ ਰਹੀ ਸੀ, ਲੇਕਿਨ ਹੁਣ ਉਹ ਪਾਣੀ ਜਿਹੜਾ ਉਹ ਸਿਰਫ 4300 ਰਹਿ ਗਿਆ। 87,000 ਤੋਂ 4300 ਕਿਊਸਿਕ ਰਹਿ ਗਿਆ। ਮੀਨ ਇੱਕ ਹੁਣ ਛੋਟੀ ਜੀ ਨਹਿਰ ਬਣ ਗਈ ਹੈ ਇਸ ਵੇਲੇ, ਉਹ ਵੀ ਅਗਲੇ ਚੰਦ ਦਿਨਾਂ 'ਚ ਬਿਲਕੁਲ ਬੰਦ ਹੋ ਜਾਏਗਾ, ਕਿਉਂਕਿ ਉਹ ਪਿੱਛੋਂ ਜਿਹੜਾ ਨਿਕਾਲ ਤੁਰਿਆ ਆ ਰਿਹਾ ਹੈ ਉਹ ਜ਼ਾਹਿਰ ਹੈ ਉਹਨੇ ਗਾਂ ਲੰਘਣਾ ਹੈ। ਅਜੇ 4 ਦਿਨ ਪਹਿਲਾਂ ਹੀ ਸਾਇਰਾ ਅਫਜ਼ਲ ਤਾਰੜ ਸਾਹਿਬ 2 ਦਿਨ ਪਹਿਲਾਂ ਹੀ ਉੱਥੇ ਖਲੋ ਕੇ ਤੇ ਵੀਡੀਓ ਬਣਾ ਰਹੇ ਸਨ ਵੀ ਵੇਖੋ ਚਨਾਬ ਜਿਹੜਾ ਉਹਦੇ 'ਚ ਪਾਣੀ ਠਾਠਾ ਮਾਰਦਾ ਆ ਰਿਹਾ, ਕਿਸੇ ਨਹੀਂ ਡੱਕਿਆ। ਤੇ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਇਹਨਾਂ ਨੂੰ ਇਹ ਵੀ ਸਮਝ ਨਹੀਂ ਆਉਂਦੀ ਵੀ 2 ਦਿਨਾਂ ਬਾਅਦ ਇਹ ਝੂਠ ਸਾਹਮਣੇ ਆ ਜਾਣਾ। ਲੇਕਿਨ ਬਹਰਹਾਲ ਛੇਤੀ ਜ਼ਰਾ ਖਬਰਾਂ ਹੋਰ ਨੇ ਬੜੀਆਂ, ਚੜ੍ਹਦੇ ਪੰਜਾਬ ਤੋਂ ਖਬਰਾਂ ਨੇ ਉਹ ਵੀ ਦੇਣੀਆਂ ਨੇ, ਅਸੀਂ ਜ਼ਰਾ ਛੇਤੀ ਗਾਂ ਤੁਰ ਪਈਏ। ਲੇਕਿਨ ਸਾਡੀ ਜਿਹੜੀ ਸਲਾਮਤੀ ਕਮੇਟੀ ਸੀ, ਜਿਹੜੀ ਸਲਾਮਤੀ ਦੀ ਕਮੇਟੀ ਸੀ, ਉਹਨਾਂ ਫੈਸਲਾ ਕੀਤਾ ਸੀ ਜੇ ਸਾਡਾ ਪਾਣੀ ਡੱਕਿਆ ਤਾਂ ਅਸੀਂ ਹਮਲਾ ਕਰ ਦੇਣਾ। ਹੁਣ ਉਹਨਾਂ ਦੇ ਪਾਣੀ ਡੱਕ ਦਿੱਤਾ, ਹੁਣ ਵੇਖੀਏ ਅਸੀਂ ਕੀ ਕਰਨੇ। ਅੱਛਾ ਜੀ, ਮਗਰਬੀ ਬੰਗਾਲ, ਜਿਹੜੀ ਮਗਰਬੀ ਬੰਗਾਲ ਰਿਆਸਤ ਹੈ ਇੰਡੀਆ ਦੀ, ਉਹਦੇ ਵਿੱਚ 45 ਸਾਲ ਤੋਂ ਇੱਕ ਪਾਕਿਸਤਾਨੀ ਖਾਤੂਨ ਫਾਤਮਾ ਬੀਬੀ ਛੁਪ ਕੇ ਰਹਿ ਰਹੀ ਸੀ। 45 ਸਾਲ ਤੋਂ, ਹੁਣ ਮੇਰਾ ਖਿਆਲ ਹੈ 60 ਸਾਲ ਤੋਂ ਉੱਤੇ ਉਮਰ ਹੋਈ ਹੈ ਫਾਤਮਾ ਬੀਬੀ ਦੀ, ਜਾਂ ਸ਼ਾਇਦ ਉਸ ਤੋਂ ਵੀ ਬਹੁਤ ਹੀ ਹੈ। ਫਾਤਮਾ ਬੀਬੀ ਦੇ ਕਈ ਬੱਚੇ ਨੇ। ਫਾਤਮਾ ਬੀਬੀ ਉੱਥੇ ਜਿਸ ਵੇਲੇ ਗਈ 1980 'ਚ ਗਈ ਅਤੇ 45 ਸਾਲ ਤੋਂ ਤੁਸੀਂ ਆਪ ਹੀ ਹਿਸਾਬ ਲੈ ਲਓ ਵੀ ਉੱਥੇ ਛੁਪ ਕੇ ਰਹਿ ਰਹੀ ਹੈ। ਅਤੇ ਫਾਤਮਾ ਬੀਬੀ ਨੇ ਉੱਥੇ ਫਿਰ ਸ਼ਾਦੀ ਕਰ ਲਈ ਔਰ ਸ਼ਾਦੀ 'ਚ ਉਹਦੇ ਬੱਚੇ ਨੇ। ਉੱਥੇ ਉਹਦੇ ਕੋਲ ਕਾਰਡ ਸ਼ਾਰਡ ਵੀ ਆਇਆ ਸੀ, ਆਧਾਰ ਕਾਰਡ ਜਿਹੜਾ ਕਹਿੰਦੇ ਨੇ, ਸਾਡੇ ਸ਼ਨਾਖਤੀ ਕਾਰਡ ਤਰ੍ਹਾਂ ਜਾਂ ਜੋ ਵੀ ਉਹਨੂੰ ਤੁਸੀਂ ਕਹਿਣਾ, ਉਹ ਸ਼ਨਾਖਤ ਵੀ ਆਇਆ ਸੀ, ਸਭ ਕੁਝ ਸੀ। ਲੇਕਿਨ ਹੁਣ ਜਿਸ ਵੇਲੇ ਉਹਨਾਂ ਆਪਰੇਸ਼ਨ ਕੀਤਾ ਗੈਰ ਮੁਲਕੀ ਸ਼ਹਿਰੀਆਂ ਦੇ, ਤੇ ਉਹਨਾਂ ਨੂੰ ਪਤਾ ਲੱਗਾ ਵੀ ਫਾਤਮਾ ਬੀਬੀ ਤੇ ਪਾਕਿਸਤਾਨੀ ਹੈ, ਅਤੇ ਉਹਨਾਂ ਨੇ ਹੁਣ ਉਹਨੂੰ ਵੀ ਫੜ ਕੇ ਜ਼ਬਰਦਸਤੀ ਉੱਥੋਂ ਇੱਧਰ ਘੱਲ ਰਹੇ ਨੇ। ਹੁਣ ਫਾਤਮਾ ਬੀਬੀ ਵਿਚਾਰੀ ਦੀ ਤਾਂ ਪੂਰੀ ਦੁਨੀਆ ਹੀ ਉੱਧਰ ਹੈ। ਇਸੇ ਤਰੀਕੇ ਨਾਲ ਬੜਾ ਕੁਝ ਹੋ ਰਿਹਾ ਹੋਰ ਵੀ। ਅਸੀਂ ਬਾਰਡਰ ਦੇ ਉੱਤੇ ਕਈ ਐਸੀ ਸੂਰਤ ਹਾਲ ਦੇਖੀ ਹੈ ਜਿਹੜੀ ਤੁਹਾਨੂੰ ਦੱਸਨੇ ਵੀ ਉੱਥੋਂ ਜਿਹੜੀਆਂ ਮਾਵਾਂ ਨੇ ਉਹ ਵਿਚਾਰੀਆਂ ਉੱਧਰ ਰਹਿ ਜਾਣਗੀਆਂ, ਕਿਉਂਕਿ ਉਹਨਾਂ ਕੋਲ ਪਾਕਿਸਤਾਨੀ ਜਿਹੜੀ ਉਹ ਨੈਸ਼ਨੈਲਿਟੀ ਨਹੀਂ ਹੈ, ਅਤੇ ਜਿਹੜੇ ਬੱਚੇ ਨੇ ਉਹ ਉਹਨਾਂ ਨੂੰ ਪਾਕਿਸਤਾਨ ਘੱਲ ਦਿੱਤਾ ਜਾਏਗਾ। ਉਹ ਉੱਥੇ ਕੁਰਲਾ ਰਹੀਆਂ ਨੇ ਉੱਥੇ ਸਰਹੱਦ ਦੇ ਉੱਤੇ ਹਿਜਰਤ ਦੇ ਮਸਾਇਲ। ਮਸਲਨ ਅਟਾਰੀ ਦੇ ਉੱਤੇ ਸਨਾ ਨਾਮੀ ਖਾਤੂਨ ਹੈ ਮੀਰਠ ਦੀ, ਉਹਦੇ ਬੱਚੇ ਨੇ, ਸ਼ਾਦੀशुदा ਹੈ, ਆਪ ਉਹ ਪਾਕਿਸਤਾਨੀ ਹੈ ਖਾਤੂਨ, ਆਪ ਉਹ ਖਾਤੂਨ ਇੰਡੀਅਨ ਹੈ, ਬੱਚੇ ਉਹਦੇ ਜ਼ਾਹਿਰ ਹੈ ਪਾਕਿਸਤਾਨੀ ਨੇ ਕਿਉਂਕਿ ਸ਼ਾਦੀ ਉਹਦੀ ਇੱਧਰ ਹੋਈ ਹੈ। ਹੁਣ ਇੰਡੀਆ ਵਾਲੇ ਉਹਨਾਂ ਬੱਚਿਆਂ ਨੂੰ ਨਹੀਂ ਰੱਖ ਰਹੇ ਕਿਉਂਕਿ ਉਹ ਪਾਕਿਸਤਾਨੀ ਸ਼ਹਿਰੀ ਨੇ, ਉਹਨਾਂ ਨੂੰ ਉੱਧਰੋਂ ਕੱਢ ਰਹੇ ਨੇ। ਖਾਤੂਨ ਜਿਹੜੀ ਹੈ ਉਹਨੂੰ ਇੰਡੀਆ ਵਾਲੇ ਵੀ ਪਾਕਿਸਤਾਨੀ ਆਉਣ ਦੇਣ ਡੇ ਔਰ ਪਾਕਿਸਤਾਨ ਵੀ ਰਿਸੀਵ ਨਹੀਂ ਕਰਨ ਡੇ ਅੱਗੋਂ। ਅਤੇ ਇਸ ਹਾਲਤ ਦੇ ਵਿੱਚ ਹੁਣ ਮਾਂ ਅਤੇ ਬੱਚੇ ਅਲੱਗ-ਅਲੱਗ ਰਹਿਣਗੇ। ਇੰਡੀਆ ਨੇ ਤਾਂ ਇਹ ਹੋਸਟੈਲਿਟੀ ਕੀਤੀ ਹੈ। ਮੇਰੀ ਪਾਕਿਸਤਾਨੀ ਗਵਰਨਮੈਂਟ ਕੋਲੋਂ ਇਹ ਸਵਾਲ ਹੈ ਕਿ ਤੁਸੀਂ ਕੋਈ ਖਿਆਲ ਕਰ ਲਓ, ਮਸਲਨ ਮਾਂ ਅਤੇ ਬੱਚੇ ਇਕੱਠੇ ਰੱਖਣ ਵਾਸਤੇ ਤੁਸੀਂ ਉਹ ਮਾਂ ਨੂੰ ਰਿਸੀਵ ਹੀ ਕਰ ਲਓ। ਇਸੇ ਤਰੀਕੇ ਨਾਲ ਕਿਸੇ ਨੂੰ ਇਕੱਠੇ ਰੱਖਣ ਲਈ ਕਹੋ ਅਸੀਂ ਬੱਚੇ ਰਿਸੀਵ ਨਹੀਂ ਕਰਨੇ। ਕਮ ਅਜ਼ ਕਮ ਜਿਹੜੇ 7-8 ਸਾਲ ਤੋਂ ਛੋਟੇ ਬੱਚੇ ਨੇ ਉੱਥੇ ਤਾਂ ਕੋਈ ਇਨਸਾਨੀ ਇਕਦਾਰ ਅਸੀਂ ਦੋਵੇਂ ਮੁਲਕ ਦਿਖਾਈਏ, ਕੋਈ ਇਨਸਾਨੀਅਤ ਵਿਖਾਈਏ, ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰੀਏ, ਉੱਧਰ ਵਾਲੇ ਵੀ ਅਤੇ ਇੱਧਰ ਵਾਲੇ ਵੀ। ਇਹ ਜ਼ਨਾਨੀਆਂ ਅਤੇ ਬੱਚਿਆਂ ਦੇ ਨਾਲ ਅਸੀਂ ਜਿਹੜੇ ਵੈਰ ਨਿਖੱਟਣੇ ਨੇ ਹੋਰ ਨਹੀਂ ਸਾਡੇ ਕੋਲੋਂ ਨਿਖੱਟੇ ਜਾਂਦੇ। ਮੇਰਾ ਮਤਲਬ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਸਾਨੂੰ ਹਿਆ ਵੀ ਨਹੀਂ ਅਤੇ ਸ਼ਰਮ ਵੀ ਨਹੀਂ। ਅੱਛਾ ਜੀ, ਇਹ ਕੁਝ ਸਾਡੀ ਪੁਲਿਸ ਦੇ ਜਰਾਇਮ ਨੇ ਤੁਹਾਡੇ ਸਾਹਮਣੇ, ਇਹ ਜ਼ਰਾ ਛੇਤੀ ਨਾਲ ਰੱਖ ਦਈਏ ਜਿਹੜੇ ਇਸ ਪਾਸੇ ਹੋ ਰਹੇ ਨੇ। ਉਹ ਜਰਾਇਮ ਜਿਹੜੇ ਨੇ ਉਹ ਵੱਧਦੇ ਹੀ ਜਾ ਰਹੇ ਨੇ। ਉਹ ਇੱਕ ਤਾਂ ਜੁਰਮ ਇੱਕ ਇਸਲਾਮਾਬਾਦ ਏਅਰਪੋਰਟ ਦੇ ਉੱਤੇ ਲੁੱਟਮਾਰ ਰਾਵਲਪਿੰਡੀ ਪੁਲਿਸ ਕਰ ਰਹੀ ਹੈ। ਲੋਕ ਜਿਹੜੇ ਉਤਰਦੇ ਨੇ
ਮੁਸਾਫਰ ਉਹਨਾਂ ਨੂੰ ਉੱਥੇ ਤਾੜ ਲੈਂਦੇ ਨੇ ਏਅਰਪੋਰਟ ਦੇ ਉੱਤੇ, ਉਹਨਾਂ ਨੂੰ ਵੇਖ ਲੈਂਦੇ ਨੇ, ਕਈ ਵਾਰੀ ਟੈਕਸੀ ਆਪਣੀ ਆਫਰ ਕਰਾ ਦਿੰਦੇ ਨੇ ਕਿਸੇ ਦੇ ਕੋਲੋਂ, ਗਾਂਹ ਜਾ ਕੇ ਟੈਕਸੀ ਵਾਲਾ ਰੁਕ ਜਾਂਦਾ ਅਤੇ ਪੁਲਿਸ ਵਾਲੇ ਆ ਜਾਂਦੇ ਨੇ। ਉੱਥੇ ਉਹਨਾਂ ਨੇ ਇੱਕ ASI ਹੈ ਆਤਿਫ ਨਾਮੀ, ਕਾਂਸਟੇਬਲ ਜ਼ੁਬੈਰ ਹੈ ਔਰ ਕੁਝ ਹੋਰ ਨੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ। ਉਹਨਾਂ ਨੇ ਮੁਸਾਫਰਾਂ ਦੇ ਕੋਲੋਂ ਨਗਦੀ, ਫੋਨ, ਬਲਕਿ ਇੱਕ ਨੇ ਤਾਂ ਹਲਵਾ ਵੀ ਲੁੱਟ ਲਿਆ, ਕੋਈ ਬੰਦਾ ਬਾਹਰੋਂ ਟਰਕਿਸ਼ ਹਲਵਾ ਵਗੈਰਾ ਲੈ ਕੇ ਆ ਰਿਹਾ ਸੀ, ਉਹਨਾਂ ਨੇ ਉਹ ਵੀ ਲੁੱਟ ਲਿਆ, 2 ਲੱਖ ਰੁਪਈਆ ਭੱਤਾ ਵੀ ਲਿਆ। ਇਸ ਤਰ੍ਹਾਂ ਉਹ ਲੁੱਟ ਰਹੇ ਨੇ। ਇਸ ਲਈ ਜਦੋਂ ਤੁਸੀਂ ਇਸਲਾਮਾਬਾਦ ਏਅਰਪੋਰਟ 'ਤੇ ਉਤਰੋ ਤਾਂ ਜ਼ਰਾ ਥੋੜ੍ਹਾ ਜਿਹਾ ਧਿਆਨ ਨਾਲ ਗੱਡੀ ਛੱਡੀ ਵੇਖ ਕੇ ਲਵੋ ਜਿਹੜੀ ਟੈਕਸੀ ਲੈਣੀ ਹੈ। ਕੋਸ਼ਿਸ਼ ਕਰੋ ਕੋਈ ਤੁਹਾਨੂੰ ਲੈਣ ਆਵੇ। ਅਗਲਵਾਂਢੀ ਹੁੰਦਾ ਤੁਹਾਡੇ ਤੋਂ ਪਹਿਲਾਂ ਉੱਥੇ ਜਿਹੜਾ ਅਪੜਿਆ ਹੋਵੇ ਉਹਨੂੰ ਅਗਲਵਾਂਢੀ ਆਉਂਦੇ ਨੇ, ਅਤੇ ਅਗਲਵਾਂਢੀ ਜਿਹੜਾ ਉਹ ਲੈਣ ਆਓ ਆਪਣੇ ਪ੍ਰਾਹੁਣਿਆਂ ਨੂੰ ਬਈ ਜਿਹੜੇ ਬਾਹਰੋਂ ਆਉਂਦੇ ਨੇ। ਅਤੇ ਬਹਰਹਾਲ ਇਹ ਉੱਥੇ ਕੰਮ ਹੋ ਰਿਹਾ। ਉਸ ਤੋਂ ਬਾਅਦ ਲਾਹੌਰ ਦੇ ਵਿੱਚ ਤਾਜਰ ਨੂੰ ਅਗਵਾ ਕੀਤਾ ਪੁਲਿਸ ਨੇ, ਤਸ਼ੱਦਦ ਕੀਤਾ ਅਤੇ 1 ਲੱਖ ਰੁਪਈਆ ਉਹਦੇ ਕੋਲੋਂ ਲਿਆ ਜਿਹੜਾ ਉਹਦੇ ਕੋਲੋਂ ਨਿਕਲ ਆਇਆ ਉਸ ਵੇਲੇ, ਅਤੇ ਨਾਲ ਮੁਕੱਦਮਾ ਵੀ ਦਰਜ ਕਰ ਦਿੱਤਾ। ਅਤੇ ਉਸ ਤੋਂ ਬਾਅਦ ਸ਼ੇਖੂਪੁਰੇ ਦੇ ਵਿੱਚ ਤਸ਼ੱਦਦ ਹੈ, 2 ਭਾਈ, ਇੱਕ 8 ਸਾਲਾ ਬੱਚੀ ਡਕੈਤੀ ਦੇ ਦੌਰਾਨ ਕਤਲ ਹੋਏ। ਇਹ ਜਰਾਇਮ ਵੱਧ ਰਹੇ ਨੇ ਸਾਰੇ ਇਸ ਇਲਾਕੇ 'ਚ। ਅਤੇ ਮਰੀਅਮ ਬੀਬੀ ਨੇ ਕੱਲ੍ਹ ਪੁਲਿਸ ਨੂੰ ਸ਼ਾਬਾਸ਼ ਦਿੱਤੀ ਹੈ। ਹਾਂਜੀ, ਮਰੀਅਮ ਬੀਬੀ ਨੇ ਕੱਲ੍ਹ ਪੁਲਿਸ ਨੂੰ ਸ਼ਾਬਾਸ਼ ਦਿੱਤੀ ਹੈ। ਕੱਲ੍ਹ ਮੀਟਿੰਗ ਹੋਈ ਹੈ ਅਤੇ ਕੱਲ੍ਹ ਪੁਲਿਸ ਨੇ ਮਰੀਅਮ ਨੂੰ ਸ਼ਾਬਾਸ਼ ਦਿੱਤੀ ਕਿ ਤੁਸੀਂ ਬਹੁਤ ਆਲਾ ਕੰਮ ਕਰ ਰਹੇ ਹੋ। ਮੈਂ ਕਿਹਾ ਜੀ ਬਿਲਕੁਲ, ਇਹ ਕਿਤੇ ਇਹਨਾਂ ਨੂੰ ਬਾਹਰ ਵਾਲੇ ਨਾ ਲੈ ਜਾਣ ਇਸ ਪੁਲਿਸ ਨੂੰ ਐਡੀ ਚੰਗੀ, ਜਿੰਨੇ ਚੰਗੇ ਕੰਮ ਕਰਨ ਨੇ। ਇਹ ਜ਼ਰਾ IG ਸਾਹਿਬ ਜਿਹੜੇ ਨੇ ਇਸ ਵੇਲੇ ਪੁਲਿਸ ਦੇ, ਉਹਨਾਂ ਦੇ ਵਿੱਚ ਰੌਨਕ ਵੇਖੋ, ਫਰੌਨੀਅਤ ਵੇਖੋ, ਔਰ ਉਹਨਾਂ ਦੇ ਵਿੱਚ ਉਹਨਾਂ ਦੀ ਨਰਗਸੀਅਤ ਦੇ ਵੇਖੋ। ਵੈਸੇ ਨਰਗਸੀਅਤ ਜਿਹੜੀ ਹੈ ਨਾ, ਉਹ ਨਾਰਸਿਸਿਜ਼ਮ ਹੀ ਅੱਛਾ ਲਫ਼ਜ਼ ਹੈ। ਇਹ ਨਰਗਸੀਅਤ ਜਿਹੜੀ ਹੈ ਨਾ, ਉਹ ਮੇਰਾ ਖਿਆਲ ਚੰਗਾ ਲਫ਼ਜ਼ ਨਹੀਂ, ਆਕੜ ਹੀ ਕਹੋ ਇਹਨਾਂ ਦੇ ਵਿੱਚ। ਇਹ ਜ਼ਰਾ ਦਸਤਖਤ ਕਰਦੇ ਵੇਖੋ ਇਹਨਾਂ ਨੂੰ, ਦੇਖਿਆ ਜੇ, ਇਹ IG ਸਾਹਿਬ ਦਾ ਕੰਮ ਹੈ। ਮੇਰਾ ਮਤਲਬ ਹੈ ਕਿ ਉਹ ਇੰਝ ਹੀ ਦਸਤਖਤ ਕਰਦੇ ਨੇ ਕਿ ਜਿਸ ਤਰ੍ਹਾਂ ਮੇਰਾ ਮਤਲਬ ਹੈ ਕੋਈ ਵਾਇਸਰਾਏ ਨੇ ਇੱਥੇ, ਜਾਂ ਉਹ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਰਾਜੇ ਮਹਾਰਾਜੇ ਨੇ। ਸਿਵਲ ਸਰਵੈਂਟ ਵਾਲਾ ਐਟੀਚਿਊਡ ਕਿਤੇ ਨਹੀਂ ਹੈ। ਅਤੇ ਅੱਗੋਂ ਉਹਨਾਂ ਨੇ ਨੁਕਤਾ ਇਹੋ ਜਿਹਾ ਲਾਇਆ ਕਿ ਜਿਵੇਂ ਡੈਥ ਸੈਂਟੈਂਸ ਦਿੱਤੀ ਹੈ ਅਤੇ ਕਲਮ ਤੋੜ ਛੜਿਆ। ਕੋਈ ਗੱਲ ਨਹੀਂ, ਵੇਲਾ IG ਸਾਹਿਬ ਲੰਘ ਜਾਣਾ, ਇਹ ਇੰਝ ਦਸਤਖਤ ਵੀ ਤੁਸੀਂ ਕਰਦੇ ਹੀ ਰਹਿਣਾ। ਅੱਤ ਖੁਦਾ ਦਾ ਵੈਰ ਹੁੰਦਾ, ਚੁੱਕੀ ਰੱਖੋ। ਅੱਗੇ ਚੱਲਦੇ ਜੀ। ਅੱਗੇ ਸਰਗੋਧੇ ਦੇ ਵਿੱਚ ਅਲਮਨਾਕ ਹਾਦਸੇ ਹੋਏ ਨੇ। ਤੁਹਾਨੂੰ ਕੋਈ ਪਰੇਸ਼ਾਨ ਕਰਨਾ ਨਹੀਂ, ਲੇਕਿਨ ਇਹ ਦੱਸਣਾ ਵੀ ਨਿਆਣਿਆਂ 'ਤੇ ਔਰ ਸਾਰੀਆਂ ਗੱਲਾਂ 'ਤੇ ਧਿਆਨ ਰੱਖੋ। ਇੱਕ ਤਾਂ ਦਮ ਘੁੱਟਣ ਨਾਲ ਸਰਗੋਧੇ 'ਚ 6 ਬੱਚੀਆਂ, ਜਿਨ੍ਹਾਂ 4 ਭੈਣਾਂ ਸੀ, ਉਮਰ 8 ਤੋਂ 1 ਸਾਲ ਸੀ, ਗੰਦਮ ਦੇ ਕੰਟੇਨਰ 'ਚ ਖੇਲ ਰਹੀਆਂ ਸਨ ਅਤੇ ਉੱਥੇ ਸਾਹ ਘੁੱਟ ਗਿਆ। ਹੁਣ ਕਣਕ ਸ਼ਣਕ ਆ ਰਹੀ, ਬੱਚਿਆਂ ਨੂੰ ਉਹ ਤੋਂ ਦੂਰ ਰੱਖੋ, ਉਹਦੇ 'ਚ ਮਿੱਟੀ ਵੀ ਹੁੰਦੀ, ਸਾਹ ਵੀ ਘੁੱਟਦਾ। ਇਹ ਬੱਚੇ ਉਸ ਤੋਂ ਕੋਟ ਮੋਮਨ 'ਚ ਵੀ ਬੱਚੇ ਕੋਈ 6 ਬੱਚੇ, ਉਮਰ 1 ਤੋਂ 8 ਸਾਲ, ਉਹ ਵੀ ਗੰਦਮ ਦੇ ਕੰਟੇਨਰ ਦੇ ਵਿੱਚ ਹੀ। ਇਹ ਸਰਗੋਧਾ ਕੋਟ ਮੋਮਨ ਵਾਲਿਓ ਥੋੜ੍ਹਾ ਜਿਹਾ ਧਿਆਨ ਕਰੋ, ਬੱਚਿਆਂ ਨੂੰ ਕਣਕ ਦੇ ਵਿੱਚ ਖੇਡਣ ਨਾ ਦਿਓ। ਇਹ ਮਾਮਲਾਤ ਜਿਹੜੇ ਨੇ ਫਿਰ ਖਰਾਬ ਹੁੰਦੇ ਨੇ, ਔਰ ਉੱਥੋਂ ਫਿਰ ਮਾਮਲਾਤ ਜਿਹੜੇ ਨੇ ਉਹ ਬੱਚਿਆਂ ਨੂੰ ਜ਼ਾਹਿਰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਇੱਕ ਬਾਬਾ ਜੀ ਕੋਲੋਂ ਰਿਪੋਰਟਰ ਸਵਾਲ ਪੁੱਛਦਾ। ਉਹਨਾਂ ਕਿਹਾ ਫਿਰ ਤੁਸੀਂ ਪਾਕਿਸਤਾਨ ਦਾ ਸਾਥ ਦੇ ਰਹੇ ਹੋ? ਉਹਨਾਂ ਕਿਹਾ ਬਿਲਕੁਲ ਵੀ ਨਹੀਂ ਪੁੱਤਰ, ਤੇਰੀ ਸੋਚ ਹੈ। ਸਿੱਖ ਸਰਦਾਰ ਬਜ਼ੁਰਗ ਨੇ ਆਖਿਆ ਤੁਸੀਂ ਪਹਿਲਾਂ ਸਾਬਤ ਤੇ ਕਰੋ ਵੀ ਇਹ ਪਾਕਿਸਤਾਨ ਨੇ ਕੀਤਾ ਹੈ। ਸੁਣੋ ਜ਼ਰਾ। ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜ਼ਿਆਦਾ ਦੇ ਰਹੇ ਹੋ। ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ, ਤੁਸੀਂ ਗਲਤ ਸੋਚ ਰਹੇ ਹੋ। ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ। ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ। ਕਿਹੜਾ ਪ੍ਰੂਫ ਹੈ ਦੱਸੋ ਤੁਸੀਂ। ਸੁਣ ਲਿਆ ਜੀ। ਅਤੇ ਇਹ ਉਧਰ ਹਾਲਤ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਚੜ੍ਹਦੇ ਪੰਜਾਬ ਦੀਆਂ ਕੋਈ ਖਬਰਾਂ ਤੁਹਾਡੇ ਸਾਹਮਣੇ ਰੱਖਾਂਗੇ। ਉਸ ਪਾਸੇ ਹਾਲਤ ਹੈ, ਉੱਥੇ ਧੱਕੇ ਨਾਲ ਹਰ ਸ਼ੈ ਪਾਕਿਸਤਾਨ 'ਤੇ ਪਾ ਰਹੇ ਨੇ। ਇੱਕ ਹੋਰ ਸਿੱਖ ਸਰਦਾਰ ਨੇ ਮਸ਼ਵਰਾ ਦਿੱਤਾ ਬਜ਼ੁਰਗਾਂ ਨੇ। ਉਹਨਾਂ ਆਖਿਆ ਵੀ ਪਾਕਿਸਤਾਨ ਨੂੰ ਕਹਾਂਗਾ ਗੁਜਰਾਤ ਦੇ ਬਾਰਡਰ ਦੇ ਉੱਤੇ ਜਿਹੜਾ ਉਹ ਜੰਗ ਲਾਓ। ਇੱਥੇ ਤਾਂ ਮਾੜੇ ਲੋਕ ਨੇ, ਉੱਥੇ ਤੁਹਾਨੂੰ ਚੰਗੇ ਮੋਟੇ ਸੇਠ ਲੱਭਣਗੇ। ਉੱਥੇ ਜੰਗ ਲਾਉਣ ਦਾ ਫਾਇਦਾ ਵੀ ਹੋਏਗਾ, ਇੱਥੇ ਜੰਗ ਲੜਨ ਦਾ ਕੀ ਫਾਇਦਾ ਜੇ। ਉਹਨਾਂ ਨੇ ਪਾਕਿਸਤਾਨ ਨੂੰ ਇਹ ਪੈਗਾਮ ਭੇਜਿਆ। ਚਲੋ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ। ਅਗਲੀ ਖਬਰ ਜਿਹੜੀ ਹੈ ਉਹ ਹਿੰਦੁਸਤਾਨੀ ਜਿਹੜੇ ਚੀਫ ਮਿਨਿਸਟਰ ਨੇ ਉੱਥੋਂ ਦੇ, ਉਹਨਾਂ ਨੇ ਇੱਕ ਵਾਕਿਆ ਸੁਣਾਇਆ ਔਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਜਦੋਂ ਦੇ ਜੰਮਦੇ ਹਾਂ ਉਦੋਂ ਤੋਂ ਸਾਨੂੰ ਮਾਰ ਪੈਣੀ ਸ਼ੁਰੂ ਹੁੰਦੀ ਹੈ। ਪਹਿਲਾਂ ਮਾਂ ਪਿਓ ਕੁੱਟਦਾ ਹੈ, ਫਿਰ ਸਕੂਲੇ ਕੋਈ ਕੁੱਟਦਾ ਹੈ, ਫਿਰ ਜ਼ਨਾਨੀ ਕੁੱਟਦੀ ਹੈ। ਜ਼ਰਾ ਸੁਣੋ ਕੀ ਕਹਿੰਦੇ ਨੇ। ਆਪਰ ਦਾ ਕਲਚਰ ਹੀ ਇਹ ਹੈ। ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ, ਥੋੜੇ ਵੱਡੇ ਹੁੰਦੇ ਬਾਪੂ ਥੱਪੜ ਮਾਰਨ ਲੱਗ ਜਾਂਦਾ ਹੈ, ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ, ਕਾਲਜ 'ਚ ਆ ਕੇ ਮੁੰਡਿਆਂ 'ਚ ਆਪਸ 'ਚ ਲੜਾਈ ਹੋ ਜਾਂਦੀ ਹੈ, ਉਹਦੇ ਪੁਲਿਸ ਆ ਜਾਂਦੀ, ਪੁਲਿਸ ਕੁੱਟਣ ਲੱਗ ਜਾਂਦੀ ਹੈ, ਇੰਨੇ ਗਾਂ ਵਿਆਹ ਵੂ ਹੋ ਜਾਂਦੇ, ਘਰ ਵਾਲੀ ਕੁੱਟਣ ਲੱਗ ਜਾਂਦੀ ਹੈ, ਉਦੋਂ ਗਾਂ ਜਵਾਕ ਵੱਡੇ ਹੋ ਜਾਂਦੇ ਨੇ, ਉਹ ਕੁੱਟਣ ਲੱਗ ਜਾਂਦੇ ਨੇ। ਸੋ ਆਮ 2-4 ਥੱਪੜਾਂ ਤੋਂ ਬਸ ਮੰਨਦੇ ਹੀ ਨਹੀਂ ਕੁਛ, ਬਸ ਹਿੱਸਾ ਹੀ ਹੋ ਗਿਆ ਆਦਤ ਦਾ। ਕੱਢ ਲਓ ਗਾਲਾਂ ਭਰਾਵਾ, ਕੱਢੀ ਜਾਓ, ਹੈ ਨਾ, ਤੁਸੀਂ ਹੋਵੋਗੇ ਵੱਡੇ। ਇਹ ਐਟੀਟਿਊਡ ਹੁੰਦਾ ਵੈਸੇ ਚੰਗੇ ਪੋਲੀਟੀਸ਼ੀਅਨ ਦਾ। ਇਹ ਪੋਲੀਟੀਸ਼ੀਅਨ ਮੈਨੂੰ ਤੇ ਜਿਹੜਾ ਇਸ ਵੇਲੇ ਚੜ੍ਹਦੇ ਪੰਜਾਬ ਦਾ ਚੀਫ ਮਿਨਿਸਟਰ ਹੈ, ਇਹ ਮੈਨੂੰ ਤੇ ਠੀਕ ਲੱਗਦਾ। ਉਹ ਕੱਬਾ ਨਹੀਂ, ਉਹਦਾ ਸੁਭਾਅ ਕੱਬਾ ਨਹੀਂ, ਬੜਾ ਆਰਾਮ ਨਾਲ ਹਰ ਬੰਦੇ ਦੀ ਜਿਹੜੀ ਤਨਕੀਦ ਹੈ ਉਹਨੂੰ ਲੈਂਦਾ। ਸਿਆਸਤਦਾਨ ਨੂੰ ਵੈਸੇ ਹੋਣਾ ਹੀ ਇਹੋ ਜਿਹਾ ਹੋਣਾ ਚਾਹੀਦਾ, ਏਡੀ ਤਨਕੀਦ ਨਹੀਂ ਲੈਣੀ ਚਾਹੀਦੀ। ਬਸ ਬਹੁਤਾ ਹੀ ਰੈਲਾ ਹੈ ਬੰਦਾ, ਬਹੁਤਾ ਹੀ ਮੁਲਾਇਮ ਹੈ। ਹੁਣ ਦੇਖੀਏ ਕਿਤੇ ਕਰਪਸ਼ਨ ਨਾ ਬਾਹਲੀ ਕਰਦਾ ਹੋਵੇ, ਕਿਉਂਕਿ ਇੰਨੇ ਮੁਲਾਇਮ ਬੰਦੇ ਕਈ ਵਾਰੀ ਕੰਮ ਬਹੁਤ ਲੰਮਾ ਚੌੜਾ ਪਾਉਂਦੇ ਨੇ। ਉਮੀਦ ਮੈਂ ਨਹੀਂ ਆਉਂਦਾ ਵੀ ਉਹਨਾਂ ਕਰਪਸ਼ਨ ਕੀਤੀ ਹੈ। ਮੈਂ ਤਾਂ ਇੱਕ ਤਜਜ਼ੀਆ ਦਿੰਦਾ ਵੀ ਅਮੂਮੀ ਤੌਰ 'ਤੇ ਜਿਹੜੇ ਏਡੇ ਮੁਲਾਇਮ ਬੰਦੇ ਹੁੰਦੇ ਨੇ ਖਤਰਨਾਕ ਹੁੰਦੇ ਨੇ, ਲੇਕਿਨ ਬੜੀ ਚੰਗੀ ਗੱਲ ਹੈ
ਬਹੁਤ ਹੀ ਸੁਥਰੀ ਗੱਲ ਹੈ ਕਿ ਇਹ ਜਿਹੜੇ ਇੰਡੀਅਨ ਚੀਫ ਮਿਨਿਸਟਰ ਨੇ, ਚੜ੍ਹਦੇ ਪੰਜਾਬ ਦੇ ਇੰਡੀਆ ਦੇ ਚੀਫ ਮਿਨਿਸਟਰ ਜਿਹੜੇ ਨੇ, ਉਹ ਬਹੁਤ ਹੀ ਮੁਲਾਇਮ ਨੇ ਔਰ ਉਹ ਚੰਗੀਆਂ ਗੱਲਾਂ ਕਰਦੇ ਨੇ। ਮੈਨੂੰ ਤੇ ਉਹ ਇਸ ਗੱਲੋਂ ਠੀਕ ਲੱਗਦੇ ਨੇ ਕਿ ਉਹ ਬਰਦਾਸ਼ਤ ਕਰਦੇ ਨੇ। ਉਹ ਆਉਂਦੇ ਨੇ ਵੀ ਜਿੰਨੇ ਸਾਨੂੰ ਮਾੜਾ ਕਹਿਣਾ ਹੈ ਉਹ ਕਹਿ ਲਓ, ਅਸੀਂ ਤੇ ਆਵਾਮ ਦੀ ਖਿਦਮਤ ਕਰਨੀ ਹੈ। ਅੱਛਾ ਜੀ, ਮਮਤਾ ਬੈਨਰਜੀ ਉਹ ਵੀ ਇੱਕ ਚੀਫ ਮਿਨਿਸਟਰ ਨੇ ਉੱਥੇ ਇੰਡੀਆ 'ਚ। ਉਹਨਾਂ ਨੇ ਮੋਦੀ ਨੂੰ ਅਦਾਕਾਰ ਡਿਕਲੇਅਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੋਦੀ ਇੱਕ ਬਹੁਤ ਵੱਡਾ ਅਦਾਕਾਰ ਹੈ ਅਤੇ ਉਹ ਸਵਾਏ ਅਦਾਕਾਰੀ ਤੋਂ ਹੋਰ ਕੁਝ ਨਹੀਂ ਕਰਦਾ। ਇਹ ਸਾਰਾ ਜੋ ਕੁਝ ਇੰਡੀਆ ਪਾਕਿਸਤਾਨ ਜੰਗ, ਉਹ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਆਪਣਾ ਇੱਧਰ ਵਾਲੇ ਸਾਡੇ ਚੌਧਰੀ ਨੂੰ ਫਾਇਦਾ ਚਾਹੀਦਾ ਜੰਗ ਤੋਂ, ਅਤੇ ਉਹਨਾਂ ਨੂੰ ਵੀ ਫਾਇਦਾ ਚਾਹੀਦਾ ਕਿਉਂਕਿ ਦੋਵਾਂ ਨੇ ਮੇਰਾ ਮਤਲਬ ਆਪਣੀ ਆਪਣੀ ਪਾਪੂਲੈਰਿਟੀ ਬਣਾਉਣੀ ਹੈ। ਤਾਂ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਮੋਦੀ ਜਿਹੜਾ ਹੈ ਬਹੁਤ ਵੱਡਾ ਫਨਕਾਰ ਹੈ, ਅਦਾਕਾਰ ਹੈ, ਅਦਾਕਾਰੀ ਕਰ ਰਿਹਾ, ਹੋਰ ਕੁਝ ਨਹੀਂ ਕਰ ਰਿਹਾ। ਅੱਛਾ ਜੀ, ਇੱਕ ਪਾਸੇ ਤੇ ਜੰਗ ਤੋਂ ਡਰਾਇਆ ਜਾ ਰਿਹਾ, ਦੂਜੇ ਪਾਸੇ ਅਦਰ ਆਏ ਇੱਕ ਪਾਕਿਸਤਾਨੀ ਕਵਾਲ ਨੇ, ਇਹਨਾਂ ਦੀ ਕਵਾਲੀ ਸੁਣ ਲਓ। ਇਹ ਮੋਦੀ ਨੂੰ ਕੁਝ ਕਹਿ ਰਹੇ ਨੇ। ਹੁਣ ਸਾਡਾ ਮੈਸੇਜ ਤਾਂ ਮੋਦੀ ਤੱਕ ਨਹੀਂ ਜਾਣਾ, ਇਹਨਾਂ ਦਾ ਮੈਸੇਜ ਸੁਣ ਲਓ ਅਤੇ ਬਾਕੀ ਗੱਲਾਂ ਤੁਹਾਡੇ ਨਾਲ ਬਾਅਦ 'ਚ ਕਰਾਂਗੇ। ਮੈਨੂੰ ਇੱਥੋਂ ਦਿਓ ਬਾਕੀ ਇਜਾਜ਼ਤ, ਲੇਕਿਨ ਪਹਿਲਾਂ ਸੁਣੋ। नरेंद्र मोदी ये अताया अताया जंग लोनी ते पक्की पक्की लाए लोनी ते पक्की पक्की लाए ते नारा लपा लाना करते ओ मोदी फैसला मुकाना जो मुका ते सानू बस नाना करते हाय ओ मोदी फैसला मुकाना जो मुका ते सानू बस नाना करते जंग लोनी ते पक्की पक्की ला जंग लोनी ते पक्की पक्की ला ते नारा लपा लाना छड्डे ओ मोदी फैसला मुकाना जो मुका ते सानू बस नाना करते कूड़ा कूड़ा हटाया जंग लोनी ते पक्की पक्की ला जंग लोनी ते पक्की पक्की ला नारा लौड़ा छड्ड दे ओ मोदी फैसला मुकाना जे मुका ते सानू बस नाना छड्ड दे ओ मोदी मोदी फैसला मुकाना जो मुका ते सानू बस नाना छड्ड दे ओ मोदी फैसला मुकाना जो मुका ते सानू बस नाना छड्ड दे जे तू पानी बंद कीता साडा जे तू पानी बंद कीता साडा धूड़ तेरी पट देवांगे जे तू पानी बंद कीता साडा धूड़ तेरी पट देवांगे ਸੁਣ ਲਿਆ ਜੀ, ਮੈਨੂੰ ਦਿਓ ਇਜਾਜ਼ਤ, ਤੇਰਾ ਬਰਾਖਾ।